Hello everyone. Now it's 10th video. Subject is element of bookkeeping. In theory ways of accounting we will do today voucher and its type. So 10वां वीडियो है। इस तो पहला वीडियो देखने के लिए चैनल को सब्सक्राइब करो। तो वीडियो थले सब्सक्राइब का बटन ਉਹਨੂੰ क्लिक करो, वीडियो ਨੂੰ लाइक करो। सो ਅੱਜ ਦਾ टॉपिक है वाउचर मीनिंग ਤੇ ਇਹਦੀਆਂ टाइप्स। स्रोत दस्तावेज ਅਤੇ ਵਾਊਚਰ, ਸੋਰਸ ਡਾਕੂਮੈਂਟ ਐਂਡ ਵਾਊਚਰ। ਪਹਿਲਾਂ ਆਪਾਂ ਦੇਖਾਂਗੇ ਵਾਊਚਰ ਕੀ ਹੁੰਦੇ ਆ। ਵਾਊਚਰ ਰਿਟਨ ਪ੍ਰੂਫ ਹੁੰਦੇ ਆ ਕਿਸੇ ਵੀ ਟ੍ਰਾਂਸੈਕਸ਼ਨ ਦਾ। ਜੋ ਅਸੀਂ ਬੁੱਕਸ ਦੇ ਵਿੱਚ ਟ੍ਰਾਂਸੈਕਸ਼ਨ ਲਿਖੀ ਆ ਉਹਦਾ ਰਾਈਟਿੰਗ ਦੇ ਵਿੱਚ ਜੋ ਸਾਡੇ ਕੋਲ ਪ੍ਰੂਫ ਹੋਊਗਾ ਉਹਨੂੰ ਵਾਊਚਰ ਕਿਹਾ ਜਾਂਦਾ ਵਾ। ਵਾਊਚਰ ਕਿਤਾਬਾਂ ਵਿੱਚ ਲਿਖੇ ਹੋਏ ਲੇਖੇ ਦਾ ਲਿਖਤੀ ਸਬੂਤ ਹੁੰਦਾ ਹੈ। ਇਸ ਨੂੰ ਲੈਣ ਦੇਣ ਦੇ ਮੂਲ ਜਾਂ ਸਰੋਤ ਦਸਤਾਵੇਜ਼ਾਂ ਤੋਂ ਤਿਆਰ ਕੀਤਾ ਜਾਂਦਾ। ਇਟ ਇਜ਼ ਪ੍ਰਪੇਅਰ ਫਰੋਮ ਸੋਰਸ ਡਾਕੂਮੈਂਟ। ਇਟ ਇਜ਼ ਆਰਗੇਨਾਈਜ਼ਡ ਐਂਡ ਸੈਟਿਸਫੈਕਟਰੀ ਅਕਾਊਂਟਿੰਗ ਦੇ ਲਈ ਇੱਕ ਰਿਕੁਆਇਰਮੈਂਟ ਆ। ਇਹ ਵਿਵਸਥਿਤ ਅਤੇ ਸੰਤੋਸ਼ਜਨਕ ਲੇਖਾ ਵਿਧੀ ਵਿੱਚ ਸਹਾਇਕ ਆ। ਮਤਲਬ ਵਧੀਆ ਅਕਾਊਂਟਿੰਗ ਕਰਨੀ ਆ, ਸੈਟਿਸਫੈਕਟਰੀ ਅਕਾਊਂਟਿੰਗ ਕਰਨੀ ਆ ਤਾਂ ਉਹਦੇ ਲਈ ਵਾਊਚਰ ਜ਼ਰੂਰੀ ਆ, ਜਿਹੜੇ ਕਿ ਅਸੀਂ ਸੋਰਸ ਡਾਕੂਮੈਂਟ ਤੋਂ ਪ੍ਰਪੇਅਰ ਕਰਦੇ ਹਾਂ। ਇਹ ਸੋਰਸ ਡਾਕੂਮੈਂਟ ਕੀ ਹੁੰਦੇ ਆ? ਸੋਰਸ ਡਾਕੂਮੈਂਟ ਐਂਡ ਵਾਊਚਰ। ਸੋਰਸ ਔਰ ਓਰੀਜਨਲ ਡਾਕੂਮੈਂਟ, ਕਿਉਂਕਿ ਅਸੀਂ ਜਿਹੜੀ ਅਕਾਊਂਟਿੰਗ ਕਰਨੀ ਆ ਉਹ ਪ੍ਰੂਫ ਬੇਸਡ ਕਰਨੀ ਆ, ਤੱਥਾਂ 'ਤੇ ਆਧਾਰਿਤ ਕਰਨੀ ਆ। So whatever transaction written in the book that should be based on some document, ਲਿਖਤੀ document ਦੇ ਉੱਤੇ ਆਧਾਰਿਤ ਹੋਣੇ ਚਾਹੀਦੇ ਆ। that is called vouchers and voucher are prepared from original or source documents। ਜਿਹੜੇ source main source document ਆ, ਪਹਿਲਾ ਹੈਗਾ cash memo। cash memo ਹੁੰਦੀ ਹੈ whenever you purchase something you get a receipt for that। ਵੀ ਜੇ ਤੁਸੀਂ ਕੁਝ ਖਰੀਦਦੇ ਹੋ ਤੁਹਾਨੂੰ ਉਹਦੀ ਇੱਕ ਰਸੀਦ ਮਿਲਦੀ ਆ ਨਗਦ ਖਰੀਦ 'ਤੇ, ਉਹਨੂੰ ਅਸੀਂ ਕੈਸ਼ ਮੀਮੋ ਕਹਿੰਦੇ ਹਾਂ। ਬਿੱਲ ਜਾਂ ਚੈੱਕ ਬਿੱਲ ਹੁੰਦਾ ਵਾ। ਜੋ ਤੁਸੀਂ ਕੋਈ ਕਮੋਡਿਟੀ ਖਰੀਦੀ ਉਹਦੇ ਬੰਦੇ ਤੁਹਾਨੂੰ ਬਿੱਲ ਮਿਲਦਾ ਵਾ। ਬਿੱਲ ਦੇ ਵਿੱਚ ਡਿਸਕ੍ਰਿਪਸ਼ਨ ਹੁੰਦਾ ਵਾ ਵੀ ਕਿਹੜੀ ਚੀਜ਼ ਤੁਸੀਂ ਖਰੀਦੀ ਆ, ਨਾਮ ਲਿਖਿਆ ਹੁੰਦਾ, ਤੁਹਾਡਾ ਨਾਮ, ਖਰੀਦਣ ਵਾਲੇ ਦਾ ਨਾਮ ਲਿਖਿਆ ਹੁੰਦਾ, ਵੇਚਣ ਵਾਲੇ ਦਾ ਨਾਮ ਲਿਖਿਆ ਹੁੰਦਾ ਵਾ, ਕੁਆਂਟਿਟੀ ਲਿਖੀ ਹੁੰਦੀ ਆ। ਦੈਨ ਦੇਰ ਇਜ਼ ਅ ਰਸੀਪਟ। ਤੀਸਰਾ ਸੋਰਸ ਡਾਕੂਮੈਂਟ ਆ ਰਸੀਪਟ। ਇਹਦੇ ਵਿੱਚ ਭੁਗਤਾਨ ਕੀਤੀ ਜਾਂ ਪ੍ਰਾਪਤ ਕੀਤੀ ਰਕਮ ਬਾਰੇ ਡਿਟੇਲ ਹੁੰਦੀ ਆ। ਜਿਹਨੇ ਜੋ ਰਸੀਪਟ ਮਿਲਦੀ ਆ ਵੀ ਜਦੋਂ ਅਸੀਂ ਕੋਈ ਰਕਮ ਦੀ ਪੇਮੈਂਟ ਕਰ ਦਿੰਦੇ ਹਾਂ ਅਤੇ ਇਹਦੇ ਵਿੱਚ ਡੇਟ, ਪਾਰਟੀਕੂਲਰ ਅਮਾਊਂਟ, ਲੈਣ ਦਾ ਨਾਮ, ਦੇਣ ਵਾਲੇ ਦਾ ਨਾਮ, ਉਹਦਾ ਕਾਰਨ ਲਿਖਿਆ ਹੁੰਦਾ ਵਾ। ਦੈਨ ਪੇਮੈਂਟ ਸਲਿੱਪ ਬੈਂਕ ਦੇ ਕੇਸ ਦੇ ਵਿੱਚ ਯੂਜ਼ ਹੁੰਦੀ ਹੈ। ਜਦੋਂ ਅਸੀਂ ਬੈਂਕ ਦੇ ਵਿੱਚ ਰੁਪਈਏ ਜਮ੍ਹਾਂ ਕਰਵਾਉਂਦੇ ਹਾਂ ਤਾਂ ਇਹ ਤਿਆਰ ਕੀਤੇ ਜਾਂਦੇ ਵਾ। ਇਹਦੀਆਂ ਵੀ ਯੋਗਤਾ ਤਿਆਰ ਕੀਤੀ ਜਾਂਦੀ। ਇੱਕ ਬੈਂਕ ਰੱਖ ਲੈਂਦਾ ਵਾ, ਇੱਕ ਤੁਹਾਨੂੰ ਦੇ ਦਿੱਤੀ ਜਾਂਦੀ ਆ। ਬੈਂਕ ਉਹਦੇ 'ਤੇ ਆਪਣੀ ਸਟੈਂਪ ਲਗਾ ਦਿੰਦਾ ਵਾ। ਚੈੱਕ ਹੁੰਦਾ ਵਾ ਜਦੋਂ ਅਸੀਂ ਬੈਂਕ ਦੇ ਵਿੱਚ ਰੁਪਈਏ ਕਢਵਾਉਂਦੇ ਹਾਂ, ਬੈਂਕ ਦੇ ਵਿੱਚ ਰੁਪਈਏ ਕਢਵਾਉਂਦੇ ਹਾਂ ਜਾਂ ਟ੍ਰਾਂਸਫਰ ਕਰਦੇ ਹਾਂ ਤਾਂ ਅਸੀਂ ਇੱਕ ਫਾਰਮ ਭਰਦੇ ਹਾਂ ਜਿਹਨੂੰ ਚੈੱਕ ਕਿਹਾ ਜਾਂਦਾ ਵਾ। ਉਹਦੇ ਉੱਤੇ ਵੀ ਪਰਟੀਕੂਲਰਸ ਦੇ ਲਈ ਜਗ੍ਹਾ ਹੁੰਦੀ ਆ, ਉਹਦੇ ਵਿੱਚ ਨੇਮ ਹੁੰਦਾ ਵਾ, ਅਮਾਊਂਟ ਹੁੰਦੀ ਆ, ਸਿਗਨੇਚਰ ਹੁੰਦੇ ਆ ਜਿਹਨੇ ਚੈੱਕ ਲਿਖਿਆ ਵਾ। ਸੋ ਇਹਦੇ ਨਾਲ ਇੱਕ ਸਾਨੂੰ ਜਮ੍ਹਾਂ ਪਰਚੀ ਲਾ ਕੇ ਬੈਂਕ 'ਚ ਜਮ੍ਹਾਂ ਕਰਵਾਉਣਾ ਪੈਂਦਾ ਵਾ। ਦੈਨ ਆਉਂਦਾ ਡੈਬਿਟ ਨੋਟ। ਡੈਬਿਟ ਨੋਟ ਹੁੰਦਾ ਵਾ ਵੀ ਜਦੋਂ ਅਸੀਂ ਕੋਈ ਗੁੱਡਸ ਪਰਚੇਜ਼ ਕੀਤੀਆਂ ਵਾ, ਹੁਣ ਅਸੀਂ ਉਹ ਗੁੱਡਸ ਵਾਪਸ ਕਰਨੀਆਂ ਵਾ ਤਾਂ ਉਦੋਂ ਡੈਬਿਟ ਨੋਟ ਪ੍ਰਪੇਅਰ ਕੀਤਾ ਜਾਂਦਾ ਵਾ। ਡੈਬਿਟ ਨੋਟ ਦੇ ਵਿੱਚ ਜਿਹਨੂੰ ਅਸੀਂ ਚੀਜ਼ਾਂ ਵਾਪਸ ਕੀਤੀਆਂ ਉਹਦਾ ਅਕਾਊਂਟ ਅਸੀਂ ਡੈਬਿਟ ਕਰਦੇ ਹਾਂ, ਇਸ ਕਰਕੇ ਇਹਨੂੰ ਡੈਬਿਟ ਨੋਟ ਕਿਹਾ ਜਾਂਦਾ ਵਾ। ਇਸ ਤੋਂ ਇਲਾਵਾ ਇਸ ਵਿੱਚ ਵਪਾਰ ਵਿੱਚ ਕੀਤੇ ਹੋਏ ਮਾਲ ਦੀ ਮਿਤੀ ਅਤੇ ਵਿਆਖਿਆ ਹੁੰਦੀ ਹੈ। ਸੋ ਇਹ ਪਰਚੇਜ਼ ਰਿਟਰਨ ਵੇਲੇ ਤਿਆਰ ਕੀਤਾ ਜਾਂਦਾ। ਕ੍ਰੈਡਿਟ ਨੋਟ ਇਹ ਤਾਂ ਉਲਟ ਹੁੰਦਾ ਵਾ, ਇਹ ਸੇਲ ਰਿਟਰਨ ਵੇਲੇ ਤਿਆਰ ਕੀਤਾ ਜਾਂਦਾ ਵਾ। ਜਦੋਂ ਸਾਨੂੰ ਕੋਈ ਸੇਲ ਰਿਟਰਨ ਕਰਦਾ ਵਾ ਤਾਂ ਅਸੀਂ ਉਹਦੇ ਅਕਾਊਂਟ ਨੂੰ ਕ੍ਰੈਡਿਟ ਕਰਦੇ ਹਾਂ, ਇਸ ਕਰਕੇ ਉਹਨੂੰ ਕ੍ਰੈਡਿਟ ਨੋਟ ਕਿਹਾ ਜਾਂਦਾ ਵਾ। ਇਹਦੇ ਵਿੱਚ ਵੀ ਜੋ ਗੁੱਡਸ ਵਾਪਸ ਆਈਆਂ ਉਹਦੀ ਡਿਸਕ੍ਰਿਪਸ਼ਨ ਹੁੰਦੀ ਆ, ਅਮਾਊਂਟ ਹੁੰਦੀ ਆ। ਨੈਕਸਟ ਉਸ ਤੋਂ ਬਾਅਦ ਹੋਰ ਵੀ ਮਿਸਲੇਨੀਅਸ ਡਾਕੂਮੈਂਟ ਹੋ ਸਕਦੇ ਜਿਨ੍ਹਾਂ ਨੂੰ ਅਸੀਂ ਸੋਰਸ ਡਾਕੂਮੈਂਟ ਕਹਿ ਸਕਦੇ ਹਾਂ, ਜਿਵੇਂ ਟਿਕਟਸ, ਟਰੈਵਲਿੰਗ ਬਿੱਲ, ਇਲੈਕਟ੍ਰਿਸਿਟੀ ਬਿੱਲ, ਸੈਲਰੀ ਬਿੱਲ, ਐਕਸਟਰਾ। ਇਹ ਸਾਰੇ ਸੋਰਸ ਡਾਕੂਮੈਂਟ ਆ ਜਿਨ੍ਹਾਂ ਦੇ ਬੇਸ 'ਤੇ ਵਾਊਚਰ ਪ੍ਰਪੇਅਰ ਕੀਤੇ ਜਾਂਦੇ ਆ। ਨੈਕਸਟ ਆ ਗਿਆ ਟਾਈਪਸ ਆਫ ਵਾਊਚਰ। ਵਾਊਚਰ ਨੂੰ ਮੇਨਲੀ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਵਾ। 2 ਟਾਈਪਸ ਦੇ ਵਿੱਚ। ਫਸਟ ਹੈਗਾ ਸਪੋਰਟਿੰਗ ਵਾਊਚਰ, ਦੈਨ ਅਕਾਊਂਟਿੰਗ ਵਾਊਚਰ। ਸਹਾਇਕ ਵਾਊਚਰ। ਸਪੋਰਟਿੰਗ ਵਾਊਚਰਸ ਕੀ ਹੁੰਦੇ ਆ? these are the written proof of a transaction। ਇਹ ਟ੍ਰਾਂਸੈਕਸ਼ਨ ਦਾ ਲਿਖਤੀ ਪ੍ਰੂਫ ਹੁੰਦੇ ਆ। 2 ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਹੁੰਦੇ ਇੰਟਰਨਲ ਸਪੋਰਟਿੰਗ ਵਾਊਚਰ, ਸੈਕੰਡ ਇਜ਼ ਐਕਸਟਰਨਲ ਸਪੋਰਟਿੰਗ ਵਾਊਚਰ। ਜਿਹੜੇ ਇੰਟਰਨਲ ਸਪੋਰਟਿੰਗ ਵਾਊਚਰ ਹੁੰਦੇ ਆ ਦੈਟ ਇਜ਼ ਪ੍ਰਪੇਅਰਡ ਬਾਏ ਦਾ ਆਰਗੇਨਾਈਜੇਸ਼ਨ ਹਿਮਸੈਲਫ। ਆਰਗੇਨਾਈਜੇਸ਼ਨ ਆਪਣੇ ਆਪ ਇਹਨਾਂ ਨੂੰ ਤਿਆਰ ਕਰਦੀ ਆ ਅਤੇ ਕੋਈ ਬਾਹਰੀ
ਪਾਰਟੀ ਆ ਜਾਂ ਬਾਹਰੋਂ ਕੋਈ ਪਰਸਨ ਆ ਉਹਨੂੰ ਪ੍ਰਮਾਣਿਤ ਕਰ ਦਿੰਦਾ ਵਾ। ਜਿਵੇਂ ਅਸੀਂ ਬੈਂਕ ਦੇ ਵਿੱਚ ਰੁਪਈਏ ਜਮ੍ਹਾਂ ਕਰਾਉਂਦੇ ਹਾਂ, ਅਸੀਂ ਸਾਰਾ ਫਾਰਮ ਭਰਦੇ ਹਾਂ, ਜਾਣੀ ਕਿ ਆਰਗੇਨਾਈਜੇਸ਼ਨ ਦੇ ਵਿੱਚੋਂ ਕੋਈ ਪਰਸਨ ਭਰਦਾ ਵਾ, ਪਰ ਬੈਂਕ ਉਹਦੇ 'ਤੇ ਆਪਣੀ ਸਟੈਂਪ ਲਗਾ ਦਿੰਦਾ ਵਾ। ਐਕਸਟਰਨਲ ਸਪੋਰਟਿੰਗ ਵਾਊਚਰ ਆ, ਇਹ ਜਿਹੜੇ ਆ ਇਹ ਕੋਈ ਬਾਹਰਲਾ ਬੰਦਾ ਪ੍ਰਪੇਅਰ ਕਰਦਾ ਵਾ ਅਤੇ ਫਰਮ ਨੂੰ ਪ੍ਰਾਪਤ ਹੁੰਦੇ ਆ। ਉਦਾਹਰਨ ਦੇ ਤੌਰ 'ਤੇ ਨਗਦ ਭੁਗਤਾਨ ਦੀ ਰਸੀਦ ਕੋਈ ਪਰਸਨ ਸਾਨੂੰ ਪੇਮੈਂਟ ਕਰਦਾ, ਉਹ ਡਿਸਕ੍ਰਿਪਸ਼ਨ ਭਰਦਾ, ਅਸੀਂ ਉਹਦੇ 'ਤੇ ਸਾਈਨ ਕਰਕੇ ਦੇ ਦਿੰਦੇ ਹਾਂ। ਪ੍ਰਾਪਤ ਡੈਬਿਟ ਨੋਟ ਦੂਜੀ ਐਗਜ਼ਾਮਪਲ ਹੈ ਦੀ। ਉਸ ਤੋਂ ਬਾਅਦ ਨੈਕਸਟ ਟਾਈਪ ਆਉਂਦੀ ਆ ਅਕਾਊਂਟਿੰਗ ਵਾਊਚਰ। ਇਹ ਜਿਹੜੇ ਵਾਊਚਰ ਆ ਸਪੋਰਟਿੰਗ ਵਾਊਚਰ ਤੋਂ ਪ੍ਰਪੇਅਰ ਕੀਤੇ ਜਾਂਦੇ ਆ। ਇਹ ਅਕਾਊਂਟੈਂਟਸ ਪ੍ਰਪੇਅਰ ਕਰਦੇ ਆ ਅਤੇ ਉਸ ਤੋਂ ਬਾਅਦ ਇਹਦੇ ਉੱਤੇ ਕਿਸੇ ਐਥੋਰਾਈਜ਼ਡ ਪਰਸਨ ਦੁਆਰਾ ਹਸਤਾਖਰ ਕੀਤੇ ਜਾਂਦੇ ਆ। ਇਹਨਾਂ ਨੂੰ ਅੱਗੇ ਫਰਦਰ 2 ਪਾਰਟਸ ਡਿਵਾਈਡ ਕੀਤਾ ਜਾਂਦਾ ਵਾ, ਕੈਸ਼ ਵਾਊਚਰ ਐਂਡ ਨੋਨ ਕੈਸ਼, ਜਿਹਨੂੰ ਟ੍ਰਾਂਸਫਰ ਵਾਊਚਰ ਵੀ ਕਿਹਾ ਜਾਂਦਾ। ਜਿਹੜੇ ਕੈਸ਼ ਵਾਊਚਰ ਹੁੰਦੇ ਆ ਦੈਟ ਇਜ਼ ਯੂਜ਼ਡ ਫੋਰ ਮੇਨਲੀ ਯੂਜ਼ ਫੋਰ ਕੈਸ਼ ਟ੍ਰਾਂਸੈਕਸ਼ਨਸ। ਸੋ ਇਸ ਕਰਕੇ ਹੀ ਇਹਨਾਂ ਨੂੰ ਕੈਸ਼ ਵਾਊਚਰ ਕਿਹਾ ਜਾਂਦਾ ਵਾ। ਇਟ ਇਜ਼ ਰਿਲੇਟਡ ਵਿਦ ਪੇਮੈਂਟ ਐਂਡ ਰਿਸੀਪਟ। ਇਹ ਪੇਮੈਂਟ ਨਾਲ ਵੀ ਰਿਲੇਟਡ ਹੋ ਸਕਦੇ ਆ, ਰਿਸੀਪਟ ਨਾਲ ਵੀ ਰਿਲੇਟਡ ਹੋ ਸਕਦੇ ਆ। ਇਸ ਕਰਕੇ 2 ਤਰ੍ਹਾਂ ਦੇ ਹੋ ਗਏ, ਫਸਟ ਡੈਬਿਟ ਵਾਊਚਰ ਐਂਡ ਸੈਕੰਡ ਕ੍ਰੈਡਿਟ ਵਾਊਚਰ। ਨਾਓ ਫਸਟ ਇਜ਼ ਡੈਬਿਟ ਵਾਊਚਰ। ਡੈਬਿਟ ਵਾਊਚਰ ਕੀ ਹੁੰਦੇ ਆ? ਸੋ ਨਗਦ ਜਦੋਂ ਅਸੀਂ ਕੈਸ਼ ਪੇਮੈਂਟ ਕਰਦੇ ਹਾਂ, ਸੋ ਉਹਨਾਂ ਦੇ ਜਿਹੜੇ ਪ੍ਰੂਫ ਹੁੰਦੇ ਆ ਉਹਨਾਂ ਨੂੰ ਡੈਬਿਟ ਵਾਊਚਰ ਕਿਹਾ ਜਾਂਦਾ ਵਾ। ਜਦੋਂ ਅਸੀਂ ਕੈਸ਼ ਪੇਮੈਂਟ ਕਰਦੇ ਹਾਂ, ਜਦੋਂ ਅਸੀਂ ਕਿਸੇ ਨੂੰ ਪੇਮੈਂਟ ਕਰਦੇ ਹਾਂ ਤਾਂ ਅਸੀਂ ਉਹਦਾ ਅਕਾਊਂਟ ਡੈਬਿਟ ਕਰਦੇ ਹਾਂ। ਸੋ ਆਪਾਂ ਡਿਟੇਲ ਦੇ ਵਿੱਚ ਇਹਨੂੰ ਕਰਾਂਗੇ ਕਿਉਂ ਡੈਬਿਟ ਕਰਦੇ ਹਾਂ। ਸੋ ਅਸੀਂ ਜਦੋਂ ਕਿਸੇ ਨੂੰ ਪੇਮੈਂਟ ਕਰਦੇ ਹਾਂ ਅਸੀਂ ਉਹਦਾ ਅਕਾਊਂਟ ਡੈਬਿਟ ਕਰਦੇ ਹਾਂ। ਸੋ ਇਸ ਕਰਕੇ ਇਸ ਪੇਮੈਂਟ ਦੇ ਰਿਗਾਰਡਿੰਗ ਡੈਬਿਟ ਵਾਊਚਰ ਪ੍ਰਪੇਅਰ ਕੀਤਾ ਜਾਂਦਾ ਵਾ। ਇਸ ਵਿੱਚ ਕਿਸੇ ਵੀ ਕੈਸ਼ ਪੇਮੈਂਟ, ਜਿਵੇਂ ਕਿ ਕੋਈ ਰੈਂਟ ਪੇ ਕੀਤਾ, ਸੈਲਰੀ ਪੇ ਕੀਤੀ ਆ, ਜਾਂ ਵੇਜਿਸ ਪੇ ਕੀਤੀ ਆ, ਜਾਂ ਗੁੱਡਸ ਪਰਚੇਜ਼ ਕੀਤੀਆਂ ਵਾ ਕੈਸ਼ ਦੇ ਵਿੱਚ, ਜਾਂ ਕੈਸਟ ਪਰਚੇਜ਼ ਕੀਤੀ ਆ ਕੈਸ਼ ਦੇ ਵਿੱਚ, ਜਾਂ ਡਰਾਇੰਗ ਹੋਈ ਆ, ਜਾਂ ਕੋਈ ਅਸੀਂ ਲੋਨ ਰਿਟਰਨ ਕੀਤਾ ਵਾ, ਇਹਨਾਂ ਸਾਰਿਆਂ ਦੇ ਲਈ ਇਹਨੂੰ ਪ੍ਰਪੇਅਰ ਕੀਤਾ ਜਾਂਦਾ ਜਦੋਂ ਅਸੀਂ ਕੈਸ਼ ਦੀ ਪੇਮੈਂਟ ਕਰਦੇ ਹਾਂ। ਜੇਕਰ ਅਮਾਊਂਟ ਆਫ ਵਾਊਚਰ ਇਜ਼ ਮੋਰ ਦੈਨ 500 ਰੁਪੀਜ਼ ਤਾਂ ਇਹਦੇ 'ਤੇ ਇੱਕ ਡਾਕੂਮੈਂਟ ਰਸੀਦ ਲੱਗਦੀ ਆ, ਰਸੀਪਟ ਲੱਗਦੀ ਆ। ਡੈਬਿਟ ਵਾਊਚਰ ਦਾ ਪਰਫੋਰਮਾ ਹੈਗਾ। ਡੈਬਿਟ ਵਾਊਚਰ ਦੇਖੋ, ਆ ਡੈਬਿਟ ਵਾਊਚਰ ਹੁੰਦਾ ਵਾ, ਇਹਦੇ ਵਿੱਚ ਨੇਮ ਆਫ ਦਾ ਫਰਮ ਹੁੰਦਾ ਵਾ, ਪਹਿਲੇ ਨੰਬਰ 'ਤੇ ਵਾਊਚਰ ਨੰਬਰ ਹੁੰਦਾ ਵਾ, ਨੰਬਰ ਦੇ ਦਾਂਗੇ ਕੋਈ ਵਾਊਚਰ ਨੂੰ। ਕ੍ਰੈਡਿਟ ਅਕਾਊਂਟ, ਕਿਹੜਾ ਅਕਾਊਂਟ ਕ੍ਰੈਡਿਟ ਕਰ ਰਹੇ ਹਾਂ, ਕੀ ਹੈ ਕਿਹੜਾ ਅਕਾਊਂਟ ਕ੍ਰੈਡਿਟ ਕਰ ਰਹੇ ਹਾਂ, ਅਮਾਊਂਟ ਕਿੰਨੇ ਦੀ ਆ, ਡੇਟ ਕਿਹੜੀ ਆ। ਡੈਬਿਟ ਅਕਾਊਂਟ ਕਿਹੜਾ ਕਰਨਾ ਵਾ, ਸੀਰੀਅਲ ਨੰਬਰ ਇੱਥੇ ਲਿਖ ਦੇਣਾ ਵਾ, ਅਕਾਊਂਟ ਨੇਮ ਲਿਖਣਾ ਵਾ ਇੱਥੇ, ਅਤੇ ਇਹਦੇ ਥੱਲੇ ਉਹਦੀ ਐਕਸਪਲੇਨੇਸ਼ਨ ਲਿਖ ਦੇਣੀ ਹੈ ਕਿਉਂ ਡੈਬਿਟ ਹੋ ਰਿਹਾ ਵਾ। ਇੱਧਰ ਅਮਾਊਂਟ ਲਿਖ ਦੇਣੀ ਆ, ਇੱਥੇ ਰੈਵਨਿਊ ਸਟੈਂਪ ਲੱਗ ਜਾਣੀ ਆ ਜੇ 500 ਰੁਪਏ ਤੋਂ ਜ਼ਿਆਦਾ ਦਾ ਵਾ, ਅਤੇ ਇੱਥੇ ਜਿਹਨੇ ਅਕਾਊਂਟੈਂਟ ਨੇ ਪ੍ਰਪੇਅਰ ਕੀਤਾ ਉਹਦਾ ਨਾਮ ਆ ਜਾਏਗਾ। ਇਸ ਤੋਂ ਬਾਅਦ ਇੱਥੇ ਐਥੋਰਾਈਜ਼ਡ ਬਾਏ, ਜਿਹਨੇ ਨੂੰ ਐਥੋਰਾਈਜ਼ ਕੀਤਾ ਵਾ, ਸਿਗਨੇਚਰ ਕੀਤਾ ਵਾ। ਇਸ ਤਰ੍ਹਾਂ ਇਹ ਡੈਬਿਟ ਵਾਊਚਰ ਦਾ ਪਰਫੋਰਮਾ ਵਾ। ਨੈਕਸਟ ਆ ਗਿਆ ਕ੍ਰੈਡਿਟ ਵਾਊਚਰ। ਕ੍ਰੈਡਿਟ ਵਾਊਚਰ ਕੀ ਹੁੰਦਾ ਵਾ? ਇਹ ਉਦੋਂ ਹੁੰਦਾ ਵਾ ਜਦੋਂ ਅਸੀਂ ਕੋਈ ਪੇਮੈਂਟ ਰਿਸੀਵ ਕਰਦੇ ਹਾਂ ਕੈਸ਼ ਦੇ ਵਿੱਚ, ਸਾਨੂੰ ਜਦੋਂ ਕੋਈ ਨਗਦੀ ਪ੍ਰਾਪਤ ਹੁੰਦੀ ਆ, ਕੈਸ਼ ਪ੍ਰਾਪਤ ਹੁੰਦਾ ਵਾ, ਇਹ ਉਹਦਾ ਰਿਟਨ ਪ੍ਰੂਫ ਹੁੰਦਾ ਵਾ, ਡਾਕੂਮੈਂਟ ਪ੍ਰੂਫ ਹੁੰਦਾ ਵਾ। ਇਹ ਕਮਿਸ਼ਨ ਪ੍ਰਾਪਤ ਕਰਨ ਵੇਲੇ, ਰੈਂਟ ਪ੍ਰਾਪਤ ਕਰਨ ਵੇਲੇ, ਗੁਡਸ ਅਸੀਂ ਜਦੋਂ ਸੇਲ ਦੇ ਵਿੱਚ ਸੇਲ ਕਰਦੇ ਹਾਂ, ਜਾਂ ਸੰਪੱਤੀ ਨੂੰ ਕੈਸ਼ 'ਚ ਸੇਲ ਕਰਦੇ ਹਾਂ, ਜਾਂ ਡੈਟਰ ਸਾਨੂੰ ਪੇਮੈਂਟ ਕਰਦੇ ਆ, ਜਾਂ ਬੈਂਕ ਤੋਂ ਅਸੀਂ ਰੁਪਈਏ ਕਢਵਾਉਂਦੇ ਹਾਂ। ਸੋ ਜਾਂ ਇਹ ਉਸ ਸਮੇਂ ਤਿਆਰ ਕੀਤਾ ਜਾਂਦਾ ਵਾ। ਅਤੇ ਇਹਦਾ ਪਰਫੋਰਮਾ ਇਹ ਆ ਵੀ ਕ੍ਰੈਡਿਟ ਵਾਊਚਰ, ਇਹਦੇ 'ਚ ਨੇਮ ਆਫ ਦਾ ਫਰਮ ਲਿਖਿਆ ਜਾਂਦਾ ਵਾ ਜਿਹੜੀ ਫਰਮ ਬਣਾ ਰਹੀ ਆ, ਵਾਊਚਰ ਨੰਬਰ, ਡੈਬਿਟ ਅਕਾਊਂਟ ਕਿਹੜਾ ਕਰਨਾ ਵਾ, ਇਹਦੇ ਨਾਲ ਕ੍ਰੈਡਿਟ ਤਾਂ ਇੱਥੇ ਆ ਜਾਊਗਾ, ਡੈਬਿਟ ਆਊਗਾ ਇੱਥੇ, ਅਮਾਊਂਟ ਕਿੰਨੇ ਦੀ ਆ। ਉਸ ਤੋਂ ਬਾਅਦ ਕ੍ਰੈਡਿਟ ਅਕਾਊਂਟ ਕਿਹੜਾ ਕਰਨਾ, ਅਕਾਊਂਟ ਨੇਮ ਉਹਦਾ, ਫਿਰ ਉਹਦੇ ਥੱਲੇ ਨਰੇਸ਼ਨ ਦੱਸ ਦੇਣੇ, ਜਾਣੀ ਥੋੜ੍ਹੀ ਜਿਹੀ ਵੀ ਵਿਆਖਿਆ ਲਿਖ ਦੇਣੀ ਕਿਉਂ ਕ੍ਰੈਡਿਟ ਕੀਤਾ ਜਾ ਰਿਹਾ ਵਾ। ਅਮਾਊਂਟ ਹੋ ਜਾਏਗੀ ਜਿਹਨੇ ਪ੍ਰਪੇਅਰ ਕੀਤਾ ਵਾ, ਉਸ ਤੋਂ ਬਾਅਦ ਜਿਹਨੇ ਇਹਨੂੰ ਅਥੋਰਾਈਜ਼ ਕੀਤਾ, ਇੱਥੇ ਰੈਵਨਿਊ ਸਟੈਂਪ ਆ ਜਾਏਗੀ, ਇੱਥੇ ਡੇਟ ਆਏਗੀ। ਨੈਕਸਟ ਆਉਂਦਾ ਸਾਡੇ ਕੋਲ ਟ੍ਰਾਂਸਫਰ ਵਾਊਚਰ, ਨੋਨ ਕੈਸ਼ ਵਾਊਚਰ ਔਰ ਟ੍ਰਾਂਸਫਰ ਵਾਊਚਰਸ। ਇਹ ਜਿਹੜੇ ਵਾਊਚਰਸ ਆ ਇਹ ਉਸ ਟਾਈਮ ਯੂਜ਼ ਕੀਤੇ ਜਾਂਦੇ ਆ ਜਦੋਂ ਜਿਹੜੀ ਟ੍ਰਾਂਸੈਕਸ਼ਨਸ ਆ ਉਹਨਾਂ ਵਿੱਚ ਕੈਸ਼ ਇਨਵੋਲਵ ਨਾ ਹੋਵੇ। So these are used for those transaction which is not related with cash. ਇਹ credit sale, credit purchase, purchase return, sale return, depreciation, sale of asset on credit, then bad debts ਆਦਿ ਲਈ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਇਸ ਕਰਕੇ ਇਹਨਾਂ ਨੂੰ ਟ੍ਰਾਂਸਫਰ ਵਾਊਚਰ ਵੀ ਕਿਹਾ ਜਾਂਦਾ ਕਿਉਂਕਿ ਇੱਕ ਅਕਾਊਂਟ ਤੋਂ ਅਮਾਊਂਟ ਦੂਸਰੇ ਅਕਾਊਂਟ 'ਚ ਚਲੀ ਜਾਂਦੀ ਆ।
ਇਹਦਾ ਪਰਫੋਰਮਾ ਹੈਗਾ ਵਾ ਨੋਨ ਕੈਸ਼ ਵਾਊਚਰਸ ਦੇ ਵਿੱਚ ਇਹ ਦੋਨਾਂ ਨਾਲੋਂ ਡਿਫਰੈਂਟ ਹੁੰਦਾ ਵਾ। ਇਹਦੇ ਵਿੱਚ ਅਸੀਂ ਨੇਮ ਆਫ ਫਰਮ ਲਿਖਦੇ ਹਾਂ ਜਿਹੜੀ ਵਾਊਚਰ ਬਣਾ ਰਹੀ ਆ, ਵਾਊਚਰ ਨੰਬਰ ਲਿਖਦੇ ਹਾਂ, ਇੱਥੇ ਡੇਟ ਲਿਖਦੇ ਹਾਂ ਕਿਹੜੀ ਡੇਟ ਦਾ ਵਾਊਚਰ ਹੈ ਇਹ, ਇੱਥੇ ਜਿਹੜਾ ਅਕਾਊਂਟ ਡੈਬਿਟ ਹੋਇਆ ਵਾ ਉਹਨੂੰ ਅਸੀਂ ਲਿਖਦੇ ਹਾਂ, ਅਤੇ ਇੱਥੇ ਜਿਹੜਾ ਅਕਾਊਂਟ ਕ੍ਰੈਡਿਟ ਹੋਇਆ ਵਾ ਉਹਨੂੰ ਲਿਖਦੇ ਹਾਂ। ਉਸ ਤੋਂ ਬਾਅਦ ਇੱਥੇ ਅਮਾਊਂਟ ਲਿਖ ਦਿੰਦੇ ਹਾਂ, ਜਿਹੜੇ ਅਮਾਊਂਟ ਨਾਲ ਅਕਾਊਂਟ ਡੈਬਿਟ ਹੋਇਆ ਵਾ, ਜਿਹੜੀ ਅਮਾਊਂਟ ਨਾਲ ਅਕਾਊਂਟ ਕ੍ਰੈਡਿਟ ਹੋਇਆ ਵਾ ਇੱਥੇ ਲਿਖ ਦਿੰਦੇ ਹਾਂ। ਇਹ ਅਕਾਊਂਟ ਇੱਕ ਤੋਂ ਜ਼ਿਆਦਾ ਵੀ ਕ੍ਰੈਡਿਟ ਹੋ ਸਕਦੇ ਆ, ਇੱਕ ਤੋਂ ਜ਼ਿਆਦਾ ਵੀ ਡੈਬਿਟ ਹੋ ਸਕਦੇ ਆ। ਸੋ ਇੱਥੇ ਪ੍ਰਪੇਅਰਡ ਜਿਹਨੇ ਪ੍ਰਪੇਅਰ ਕੀਤਾ ਉਹਦਾ ਨਾਮ ਆ ਜਾਏਗਾ, ਇੱਥੇ ਅਥੋਰਾਈਜ਼ ਪਰਸਨ ਆ ਜਾਏਗਾ। ਸੋ ਜਿਵੇਂ ਆਪਾਂ ਇਹਦੇ ਵਿੱਚ ਲਿਖ ਦਿੰਦੇ ਹਾਂ ਅਸੀਂ ਗੁਡਸ ਪਰਚੇਜ਼ ਕੀਤੇ, ਅਸੀਂ ਐਸੈਟ ਪਰਚੇਜ਼ ਫਰਨੀਚਰ ਪਰਚੇਜ਼ ਕੀਤਾ ਵਾ ਕਿਸੇ ਫਰਨੀਚਰ ਕੰਪਨੀ ਤੋਂ, ਰਾਮ ਫਰਨੀਚਰ ਕੰਪਨੀ ਤੋਂ। ਜਿਹੜਾ ਫਰਨੀਚਰ ਪਰਚੇਜ਼ ਕੀਤਾ ਵਾ ਉਹ ਡੈਬਿਟ ਆ ਜਾਏਗਾ। ਫਰਨੀਚਰ ਅਕਾਊਂਟ ਇੱਥੇ ਫਰਨੀਚਰ ਅਕਾਊਂਟ ਆਏਗਾ, 10,000 ਰੁਪਏ ਦਾ ਖਰੀਦਿਆ 10,000 ਰੁਪਏ ਆ ਜਾਏਗਾ। ਇੱਥੇ ਰਾਮ ਫਰਨੀਚਰ ਕੰਪਨੀ ਆ, ਇੱਥੇ ਉਹਦਾ ਨਾਮ ਆ ਜਾਏਗਾ ਰਾਮ ਫਰਨੀਚਰ ਕੰਪਨੀ ਅਕਾਊਂਟ, ਇੱਥੇ 10,000 ਰੁਪਏ ਦੀ ਅਮਾਊਂਟ ਨਾਲ ਕ੍ਰੈਡਿਟ ਆ ਜਾਏਗਾ। ਸੋ ਇਸ ਤਰ੍ਹਾਂ ਇਹ ਜਿਹੜਾ ਟ੍ਰਾਂਸਫਰ ਵਾਊਚਰ ਪ੍ਰਪੇਅਰ ਕੀਤਾ ਜਾਂਦਾ ਹੈ। ਸੋ ਇਹ ਸੀ ਸਾਡੇ ਵਾਊਚਰਸ। ਸੋ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰੋ। ਚੈਨਲ ਦੇ ਨੀਚੇ ਜਿੱਥੇ ਸਬਸਕ੍ਰਾਈਬ ਜਾ ਰਿਹਾ ਇੱਥੇ ਤੁਹਾਡਾ ਰੈੱਡ ਬਟਨ ਹੋਊਗਾ ਨੀਚੇ, ਉਹਨੂੰ ਪ੍ਰੈਸ ਕਰੋ।